ਊੜਿਆਂ ਵਾਲੇ ਰਾਜੇ ਕੀਤੇ। ਭਾਗ 27। ਦਿੱਲੀ ਸਰਕਾਰ ਪੰਜਾਬ ਦੀ ਸਹਾਇਤਾ ਕਰਨੋਂ ਅਸਮਰੱਥ ਅਤੇ ਲਾਹੌਰ ਦੇ ਗਵਰਨਰ ਜ਼ਕਰੀਆ ਖਾਨ ਦੇ ਦੌਰ ਵਿੱਚ ਹਕੂਮਤੀ ਜ਼ਬਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਿੱਲੀ ਸਰਕਾਰ ਦਾ ਆਪਣਾ ਇੰਜਰ ਪਿੰਜਰ ਖੋਖਲਾ ਹੋਇਆ ਪਿਆ ਸੀ ਤੇ ਉਹ ਲਾਹੌਰ ਦੇ ਸੂਬੇਦਾਰ ਦੀ ਸਿੱਖਾਂ ਵਿਰੁੱਧ ਕੋਈ ਵੀ ਸਹਾਇਤਾ ਕਰਨੋਂ ਮੂਲੋਂ ਅਸਮਰੱਥ ਸੀ। ਉਹ ਇਕੱਲਾ ਹੀ ਸਿੱਖਾਂ ਨਾਲ ਨਿਪਟਣ ਲਈ ਮਜਬੂਰ ਸੀ। ਉਸ ਦੀ ਸਾਰੀ ਸੈਨਿਕ ਤੇ ਪੁਲਿਸ ਸ਼ਕਤੀ ਲਾਹੌਰ, ਜੋ ਰਾਜਧਾਨੀ ਸੀ, ਵਿਖੇ ਕੇਂਦਰਿਤ ਸੀ। ਜਿਸ ਪਾਸੇ ਲੋੜ ਪੈਂਦੀ, ਇੱਥੋਂ ਲੋੜੀਂਦੀ ਫੌਜ ਭੇਜ ਕੇ ਗੜਬੜ ਨੂੰ ਦਬਾਇਆ ਜਾਂਦਾ। ਸਿੱਖਾਂ ਦੀ ਲੁੱਟ ਖੋਹ ਤੇ ਲਾਹੌਰ ਦੀਆਂ ਕੰਧਾਂ ਤੱਕ ਹੁੰਦੀ ਸੀ। ਦੂਰ ਦੁਰਾਡੇ ਸ਼ਹਿਰ ਤੇ ਕਸਬੇ ਬੁਰੀ ਤਰ੍ਹਾਂ ਉਹਨਾਂ ਦੀ ਮਾਰ ਥੱਲੇ ਆਉਂਦੇ। ਉਸ ਵੇਲੇ ਖਬਰ ਰਸਾਨੀ ਤੇ ਆਵਾਜਾਈ ਦੇ ਸਾਧਨ ਵੀ ਚੰਗੇ ਨਹੀਂ ਸਨ। ਜਦ ਖਬਰ ਮਿਲਦੀ, ਉਹ ਵੀ ਕਈ ਦਿਨਾਂ ਬਾਅਦ, ਕਿ ਫਲਾਣਾ ਇਲਾਕਾ ਸਿੱਖਾਂ ਨੇ ਉਗਰਾ ਲਿਆ ਹੈ ਜਾਂ ਲੁੱਟ ਲਿਆ ਹੈ, ਤਾਂ ਲਾਹੌਰੋਂ ਉਹਨਾਂ ਦੀ ਸੁਧਾਈ ਲਈ ਫੌਜ ਤੁਰਦੀ। ਤਦ ਨੂੰ ਉਹ ਕਿਤੇ ਦੇ ਕਿਤੇ ਨਿਕਲ ਗਏ ਹੁੰਦੇ। ਸਿੱਖਾਂ ਨੇ ਆਪਣੀ ਮਾਰ ਧਾੜ ਦੀ ਕਾਰਵਾਈ ਆਪਣੀਆਂ ਪਨਾਹਗਾਹਾਂ ਦੇ ਨਾਲ ਲੱਗਵੇਂ ਇਲਾਕਿਆਂ ਵਿੱਚ ਆਰੰਭ ਕੀਤੀ। ਜਿਉਂ-ਜਿਉਂ ਸਾਜੋ ਸਮਾਨ, ਹਥਿਆਰ ਪੱਤਾ ਤੇ ਘੋੜੇ ਹੱਥ ਲੱਗਦੇ ਗਏ ਤੇ ਉਹਨਾਂ ਦੀ ਤਾਕਤ ਵੱਧਦੀ ਗਈ। ਉਹਨਾਂ ਨੇ ਆਪਣੀ ਮਾਰ ਦੀ ਹੱਦ ਦੂਰ ਦੇ ਸ਼ਹਿਰਾਂ ਕਸਬਿਆਂ ਤੱਕ ਵਧਾ ਲਈ। ਉਹਨਾਂ ਦੇ ਆ ਪੈਣ ਦਾ ਕੋਈ ਨਿਸ਼ਚਿਤ ਸਮਾਂ ਨਹੀਂ ਸੀ ਹੁੰਦਾ। ਦਿਨੇ ਵੀ ਆਣ ਦਰਸ਼ਨ ਦਿੰਦੇ, ਪਰ ਬਹੁਤੀ ਵਾਰ ਰਾਤ ਆ ਛਾਪਾ ਮਾਰਦੇ। ਫਿਰ ਕਿਸੇ ਇੱਕ ਥਾਂ ਤੇ ਨਹੀਂ, ਕਈ ਥਾਵਾਂ ਤੇ ਖਿੱਲਰ ਕੇ ਪੈਂਦੇ। ਉਹ ਹਰ ਤਰ੍ਹਾਂ ਦੇ ਢੰਗ ਅਪਣਾਉਂਦੇ। ਅੱਜ ਇੱਕ ਥਾਂ ਉੱਤੇ ਜਾ ਪਏ, ਉਸ ਨੂੰ ਝਾੜ ਪੂੰਝ ਲਿਆ। ਅਗਲੇ ਦਿਨ 40-50 ਮੀਲ ਦੂਰ ਕਿਸੇ ਥਾਂ ਜਾ ਫਤਿਹ ਗਜਾਈ ਤੇ ਉਸ ਦੀ ਸਾਫ਼ ਸਫਾਈ ਕਰ ਦਿੱਤੀ। ਤੇ ਪਰਸੋਂ ਇੰਜ ਹੀ ਹੋਰ ਕਿਸੇ ਥਾਂ ਜਾ ਕਰਕੇ ਪਿੱਛਾ ਕਰਨ ਵਾਲਿਆਂ ਉੱਤੇ ਘਾਤ ਲਾ ਕੇ ਹਮਲਾ ਕਰਦੇ। ਜਿੱਥੇ ਫੌਜ ਦਾ ਡੇਰਾ ਹੁੰਦਾ, ਉੱਥੇ ਰਾਤ ਨੂੰ ਸ਼ਬ ਖੂਨ ਭਾਵ ਸ਼ਪੋਲ ਮਾਰਦੇ। ਫੌਜ ਵਿੱਚ ਸਾਰੀ ਰਾਤ ਲਾਲਾ ਲਾਲਾ ਹੁੰਦੀ ਰਹਿੰਦੀ। ਦਿਨੇ ਰਾਤ ਕਿਸੇ ਵੇਲੇ ਦੋ ਪਲ ਚੈਨ ਦੇ ਨਾ ਮਿਲਦੇ। ਕਿਸੇ ਨੂੰ ਅਗਾਊਂ ਖਬਰ ਨਾ ਲੱਗਦੀ ਕਿ ਸਿੰਘਾਂ ਦਾ ਅਗਲਾ ਨਿਸ਼ਾਨਾ ਕਿੱਥੇ ਪੈਣਾ ਹੈ। ਜੇ ਕੋਈ ਉਹਨਾਂ ਬਾਰੇ ਮੁਖਬਰੀ ਕਰਦਾ ਜਾਂ ਕਿਸੇ ਤਰੀਕੇ ਨਾਲ ਉਹਨਾਂ ਦਾ ਨੁਕਸਾਨ ਕਰਾ ਦਿੰਦਾ, ਤਾਂ ਇਹ ਭੌਂਦੇ ਹੀ ਅਸਮਾਨੀ ਬਿਜਲੀ ਵਾਂਗ ਉਸ ਤੇ ਡਿੱਗਦੇ। ਉਸ ਦੀ ਸਾਰੀ ਫਸਲ ਸਾੜ ਫੂਕ ਦਿੰਦੇ। ਮਾਲ ਡੰਗਰ ਸਭ ਹਿੱਕ ਲੈ ਜਾਂਦੇ ਤੇ ਟੱਬਰ ਦੇ ਜੀ ਮਾਰ ਮੁਕਾਉਂਦੇ। ਇਸ ਤਰ੍ਹਾਂ ਕਰਨ ਨਾਲ ਲੋਕਾਂ ਵਿੱਚ ਐਸੀ ਦਹਿਸ਼ਤ ਫੈਲੀ ਕਿ ਹੁਣ ਕੋਈ ਵੀ ਅੱਗੇ ਹੋ ਕੇ ਫੌਜ ਦੀ ਸਹਾਇਤਾ ਕਰਨ ਨੂੰ ਤਿਆਰ ਨਹੀਂ ਸੀ ਹੁੰਦਾ। ਇਸ ਸਮੇਂ ਲੁਟੇਰਿਆਂ ਦਾ ਵੀ ਦਾਅ ਫੱਬ ਗਿਆ। ਸਿੱਖਾਂ ਦੇ ਭੇਸ ਵਿੱਚ ਉਹਨਾਂ ਆਮ ਲੋਕਾਂ ਨੂੰ ਲੁੱਟਣਾ ਸ਼ੁਰੂ ਕਰ ਦਿੱਤਾ। ਰਸਤਿਆਂ ਵਿੱਚ ਲੁੱਟਾਂ ਖੋਹਾਂ ਦੀਆਂ ਘਟਨਾਵਾਂ ਵੀ ਆਮ ਹੋ ਗਈਆਂ ਤੇ ਦੇਸ਼ ਵਿੱਚ ਬਦਅਮਨੀ ਫੈਲ ਗਈ। ਸ਼ਾਹਰਾਹਾਂ ਤੇ ਆਵਾਜਾਈ ਬੰਦ ਹੋ ਗਈ। ਸਿੱਖਾਂ ਨੂੰ ਇਹ ਪਰਵਾਹ ਨਹੀਂ ਕਿ ਉਹਨਾਂ ਦੇ ਭੇਸ ਵਿੱਚ ਤੇ ਉਹਨਾਂ ਦੇ ਨਾਂ ਤੇ ਕੋਈ ਲੁਟੇਰਾ ਆਮ ਲੋਕਾਂ ਨੂੰ ਲੁੱਟੇ। ਉਹਨਾਂ ਦੀ ਟੱਕਰ ਤਾਂ ਸਰਕਾਰ ਨਾਲ ਸੀ, ਜਿਸ ਨੂੰ ਹਰ ਹਾਲਤ ਵਿੱਚ ਬਰਬਾਦ ਕਰਨ ਲਈ ਉਹ ਤੁਲੇ ਹੋਏ ਸਨ। ਲੋਕਾਂ ਦੀ ਲੁੱਟ ਲੁਟੇਰਿਆਂ ਹੱਥੋਂ ਉਹ ਕਿਵੇਂ ਸਹਾਰ ਸਕਦੇ ਸਨ? ਸਰਕਾਰ ਤਾਂ ਲੁਟੇਰਿਆਂ ਦਾ ਕੁਝ ਨਾ ਵਿਗਾੜ ਸਕੀ, ਪਰ ਸਿੰਘਾਂ ਨੇ ਸੂਹਾਂ ਕੱਢ ਕੇ ਲੋਟੂ ਢਾਣੀਆਂ ਫੜ ਕੇ ਕਤਲ ਕੀਤੀਆਂ। ਅਨੇਕਾਂ ਦੇ ਹੱਥ ਪੈਰ ਵੱਢ ਦਿੱਤੇ। ਲੁਟੇਰਿਆਂ ਨੂੰ ਐਸਾ ਸੋਧਾ ਲਾਇਆ ਕਿ ਦਿਨਾਂ ਵਿੱਚ ਹੀ ਰਸਤੇ ਖੁੱਲ ਗਏ। ਜੋ ਸਰਕਾਰ ਨਾ ਕਰ ਸਕੀ, ਸਿੰਘਾਂ ਨੇ ਕਰ ਵਿਖਾਇਆ। ਬਘਿਆੜ ਭੇਡਾਂ ਬੱਕਰੀਆਂ ਤੇ ਭਾਰੂ ਹੈ, ਪਰ ਸ਼ੇਰ ਮੂਹਰੇ ਬੇਬਸ ਹੈ। ਲੁਟੇਰਿਆਂ ਦੀ ਇਹੋ ਹਾਲਤ ਹੋਈ। ਅਬਦੁਸ ਸਮਾਦ ਖਾਨ ਦਲੇਰੇ ਜੰਗ ਸਿੱਖਾਂ ਦੇ ਦਮਨ ਵਿੱਚ ਅਸਫਲ। ਬੰਦਾ ਸਿੰਘ ਬਹਾਦਰ ਦਾ ਗੁਰਦਾਸ ਨੰਗਲ ਦੇ ਘੇਰੇ ਚੋਂ ਫੜੇ ਜਾਣਾ ਅਬਦੁਸ ਸਮਾਦ ਖਾਨ ਲਈ ਬੜੀ ਵੱਡੀ ਜਿੱਤ ਸੀ। ਫੜੇ ਗਏ ਸਾਰੇ ਸਿੰਘਾਂ ਸਮੇਤ ਬੰਦਾ ਸਿੰਘ ਦੀ ਸ਼ਹੀਦੀ ਤੋਂ ਬਾਅਦ ਫਰਖਸ਼ੀਅਰ ਨੇ ਸੂਬੇਦਾਰ ਲਾਹੌਰ ਨੂੰ ਤਾਕੀਦ ਹੁਕਮ ਦਿੱਤਾ ਕਿ ਸਿੱਖ ਨਾਮ ਦੀ ਚੀਜ਼ ਦੁਨੀਆ ਦੇ ਤਖਤੇ ਤੋਂ ਨੇਸਤੋ ਨਬੂਦ ਕਰ ਦਿੱਤੀ ਜਾਵੇ। ਬਾਦਸ਼ਾਹ ਦਿੱਲੀ ਤੇ ਸੂਬੇਦਾਰ ਲਾਹੌਰ ਲਈ ਹੁਣ ਅਮਨ ਦੀਆਂ ਘੜੀਆਂ ਸਨ। ਬਾਹਰੋਂ ਕਿਸੇ ਹਮਲੇ ਦਾ ਕੋਈ ਡਰ ਨਹੀਂ ਸੀ। ਮੁਲਕ ਅੰਦਰ ਵੀ ਅਮਨ ਅਮਾਨ ਸੀ। ਹੁਣ ਸਾਰੀ ਤਵੱਜੋ ਸਿੱਖਾਂ ਦੇ ਮਾਰ ਮਕਾਉਣ ਵੱਲ ਕੀਤੀ ਗਈ। ਮੁਲਕ ਵਿੱਚ ਫੈਲੀ ਬਦਅਮਨੀ ਵੀ ਅਲੋਪ ਹੋ ਗਈ। ਲੋਕ ਕੰਮਾਂ ਕਾਰਾਂ ਵਿੱਚ ਰੁੱਝ ਗਏ। ਖੇਤੀਬਾੜੀ ਵੀ ਖੂਬ ਵਧੀ ਫੁੱਲੀ।
ਪੰਜਾਬ ਵਿੱਚ ਲਹਿਰ ਬਹਿਰ ਹੋ ਗਈ। ਸਿੱਖ ਵੀ ਮਾਰ ਕੁੱਟ ਕੇ ਪਿੰਡਾਂ ਪੀੜਾਂ ਚੋਂ ਕੱਢ ਦਿੱਤੇ ਗਏ ਸਨ। ਦੇਸ਼ ਵਿੱਚ ਪੂਰੀ ਚੁੱਪਚਾਂ ਨਜ਼ਰ ਆਉਂਦੀ ਸੀ। ਅਬਦੁਸ ਸਮਾਦ ਖਾਨ ਨੂੰ ਹੁਣ ਕੋਈ ਫਿਕਰ ਚਿੰਤਾ ਨਹੀਂ ਰਹੀ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਸਿੱਖਾਂ ਦਾ ਖਤਰਾ ਉਸਨੇ ਬਹੁਤ ਹੱਦ ਤੱਕ ਮੁਕਾ ਦਿੱਤਾ ਸੀ, ਪਰ ਇਹ ਖਾਮੋਸ਼ੀ ਉਸ ਖਾਮੋਸ਼ੀ ਵਰਗੀ ਸੀ ਜੋ ਕਿਸੇ ਆਉਣ ਵਾਲੇ ਤੂਫਾਨ ਤੋਂ ਪਹਿਲਾਂ ਹੋਇਆ ਕਰਦੀ ਹੈ। ਇਸ ਨੂੰ ਸਿੱਖਾਂ ਦਾ ਸਮੂਲਚਾ ਸਦੀਵੀ ਖਾਤਮਾ ਸਮਝ ਕੇ ਸੂਬੇਦਾਰ ਲਾਹੌਰ ਅਬਦੁਸ ਸਮਾਦ ਖਾਨ ਕੁਝ ਢਿੱਲਾ ਪੈ ਗਿਆ। ਅੱਠੇ ਪੈਰ ਦੀ ਕਰੜੀ ਨਿਗਰਾਨੀ ਛੱਡ ਕੇ ਸ਼ਿਕਾਰ ਤੇ ਹੋਰ ਸ਼ੁਗਲ ਮੇਲਿਆਂ ਵਿੱਚ ਖਚਿਤ ਹੋ ਗਿਆ। ਉਸ ਦੇ ਵੇਖੋ ਵੇਖੀ ਬਾਕੀ ਅਫਸਰ, ਆਮਲ, ਅਹਿਲਕਾਰ ਵੀ ਢਿੱਲੇ ਪੈ ਗਏ। ਰੋਜ਼-ਰੋਜ਼ ਦੀ ਗਸ਼ਤ ਵੀ ਰੁਕ ਗਈ। ਸਿੱਖਾਂ ਵਾਸਤੇ ਇਹੋ ਜਿਹਾ ਮੌਕਾ ਬੜਾ ਅਨੁਕੂਲ ਸੀ। ਫਿਰ ਉੱਠੇ ਤੇ ਮਾਰ ਧਾੜ ਦਾ ਬਾਜ਼ਾਰ ਗਰਮ ਹੋ ਗਿਆ। ਸਾਰੇ ਦੇਸ਼ ਵਿੱਚ ਸਿਰਿਓਂ ਸਿਰੀ ਅੱਜ ਇੱਥੇ ਪਏ, ਕੱਲ ਉੱਥੇ ਪਏ ਤੇ ਚਰਚੇ ਹੋਣ ਲੱਗੇ। ਕਨ੍ਹਈਆ ਲਾਲ ਕਹਿੰਦਾ ਹੈ ਕਿ ਸਿੱਖ ਆਪਣੀ ਸਰਕਾਰ ਵਿਰੋਧੀ ਕਾਰਵਾਈਆਂ ਵਿੱਚ ਇੰਨੇ ਦੀਦਾ ਦਲੇਰ ਹੋ ਗਏ ਕਿ ਦਿਨ ਦੀਵੀ ਨਗਰਾਂ ਤੇ ਸ਼ਹਿਰਾਂ ਵਿੱਚ ਆਣ ਵੜਦੇ ਤੇ ਦੁਕਾਨਾਂ ਬਾਜ਼ਾਰ ਲੁੱਟ-ਪੁੱਟ, ਮਾਲ ਘੋੜਿਆਂ ਉੱਤੇ ਰੱਖ ਕੇ ਵੇਖਦਿਆਂ ਵੇਖਦਿਆਂ ਹੀ ਹਵਾ ਹੋ ਜਾਂਦੇ। ਨਦੀ ਨਾਲਿਆਂ ਦੇ ਕੰਢੇ ਧੋਬੀ ਘਾਟ ਜਾਂ ਖੂਹਾਂ ਤੇ ਧੁੱਪ ਦੇ ਕੱਪੜੇ ਖੋਹ ਖਿੰਝ ਕੇ ਲੈ ਜਾਂਦੇ। ਚੌਧਰੀਆਂ, ਨੰਬਰਦਾਰਾਂ ਤੇ ਸਰਕਾਰੀ ਹਮਾਇਤੀਆਂ ਦੇ ਡੇਰੇ ਤੇ ਪਸ਼ੂਆਂ ਵਾਲੇ ਵਾੜੇ ਉਹਨਾਂ ਦੇ ਖਾਸ ਨਿਸ਼ਾਨੇ ਬਣਦੇ। ਲਵੇਰੀਆਂ, ਮੱਝਾਂ, ਗਾਵਾਂ ਤੇ ਵਧੀਆ ਘੋੜੇ ਘੋੜੀਆਂ ਖੋਲ ਕੇ ਦੂਰ ਦੁਰਾਡੇ ਜੰਗਲਾਂ, ਬੇਲਿਆਂ ਜਾਂ ਛੰਭਾਂ ਵਿਖੇ ਜਿੱਥੇ ਉਹਨਾਂ ਦੇ ਲੁਕਣ ਥਾਂ ਹੁੰਦੇ ਸਨ ਲੈ ਜਾਂਦੇ। ਇਉਂ ਇਹ ਕੱਪੜੇ ਲੱਤੇ ਤੇ ਆਪਣੀ ਖਾਦ ਖੁਰਾਕ ਦਾ ਪ੍ਰਬੰਧ ਕਰ ਲੈਂਦੇ। ਇਸ ਤਰ੍ਹਾਂ ਮੱਚੀ ਹਾਹਾਕਾਰ ਦੀਆਂ ਖਬਰਾਂ ਨਿੱਤ ਦਿਹਾੜੀ ਦਿੱਲੀ ਬਾਦਸ਼ਾਹ ਨੂੰ ਪੁੱਜਣ ਲੱਗੀਆਂ। ਮੁਹੰਮਦ ਸ਼ਾਹ ਨੇ ਅਬਦੁਸ ਸਮਾਦ ਖਾਨ ਨੂੰ ਸਖਤ ਤਾੜਨਾ ਕੀਤੀ ਕਿ ਇਸ ਬਦਅਮਨੀ ਤੇ ਕਾਬੂ ਪਾਇਆ ਜਾਵੇ, ਪਰ ਉਸ ਤੋਂ ਸਰਿਆ ਕੁਝ ਨਾ। ਹਾਲਾਤ ਅੱਗੇ ਨਾਲੋਂ ਵੀ ਭੈੜੇ ਹੁੰਦੇ ਗਏ। ਜ਼ਕਰੀਆ ਖਾਨ ਲਾਹੌਰ ਦਾ ਗਵਰਨਰ ਬਣਿਆ। ਪੰਜਾਬ ਵਿੱਚ ਸਿੱਖਾਂ ਵੱਲੋਂ ਕੀਤੀ ਜਾ ਰਹੀ ਉਥਲ-ਪੁਥਲ ਦੀਆਂ ਨਿੱਤ ਦਿਹਾੜੀ ਦੀਆਂ ਸ਼ਿਕਾਇਤਾਂ ਤੋਂ ਬਾਦਸ਼ਾਹ ਦੁਖੀ ਸੀ। ਪੰਜਾਬ ਦਾ ਗਵਰਨਰ ਤਾਂ ਬਿਲਕੁਲ ਲੰਮ-ਲੇਟ ਹੋਇਆ ਪਿਆ ਸੀ। ਦੋਹਾਂ ਪਿਓ ਪੁੱਤਾਂ ਵਿਚਕਾਰ, ਭਾਵ ਆਪਣੇ ਪੁੱਤਰ ਜ਼ਕਰੀਆ ਖਾਨ ਨਾਲ ਵੀ ਉਸ ਦੀ ਇੱਕ ਸੁਰਤਾ ਨਹੀਂ ਸੀ। ਜ਼ਕਰੀਆ ਖਾਨ ਇੱਕ ਯੋਗ ਪ੍ਰਬੰਧਕ ਸੀ ਤੇ ਸਿੱਖਾਂ ਦਾ ਡਾਢਾ ਜਾਨੀ ਦੁਸ਼ਮਣ। ਪਹਿਲਾਂ ਇਹ 1713 ਈਸਵੀ ਤੋਂ 1720 ਤੱਕ ਜੰਮੂ ਦਾ ਤੇ ਫਿਰ 1720 ਤੋਂ 1726 ਈਸਵੀ ਤੱਕ ਕਸ਼ਮੀਰ ਦਾ ਗਵਰਨਰ ਰਹਿ ਚੁੱਕਾ ਸੀ। ਦੋਹਾਂ ਪ੍ਰਾਂਤਾਂ ਵਿੱਚ ਇਸ ਨੇ ਅਮਨ ਅਮਾਨ ਰੱਖਿਆ ਸੀ ਤੇ ਇਸ ਨੂੰ ਕਾਮਯਾਬ ਅਫਸਰ ਮੰਨਿਆ ਜਾਂਦਾ ਸੀ। ਇਹ ਦਿੱਲੀ ਦੇ ਵੱਡੇ ਵਜ਼ੀਰ ਕਮਰੁਦੀਨ ਖਾਨ ਦੀ ਭੈਣ ਨਾਲ ਵਿਆਹਿਆ ਹੋਇਆ ਸੀ। ਗੁਰਦਾਸ ਨੰਗਲ ਦੇ ਘੇਰੇ ਵੇਲੇ ਇਸ ਨੇ ਆਪਣੀ ਲਿਆਕਤ ਤੇ ਬਹਾਦਰੀ ਦਾ ਦਿੱਲੀ ਦਰਬਾਰ ਨੂੰ ਚੰਗਾ ਸਬੂਤ ਦਿੱਤਾ ਸੀ। ਇਸ ਦੀ ਲਾਹੌਰ ਦਾ ਗਵਰਨਰ ਬਣਨ ਦੀ ਚਿਰੋਕਣੀ ਖਾਹਿਸ਼ ਸੀ। ਇਹ ਦਿੱਲੀ ਗਿਆ ਤੇ ਆਪਣੇ ਸਾਲੇ ਵੱਡੇ ਵਜ਼ੀਰ ਦੇ ਰਸੂਖ ਨਾਲ ਬਾਦਸ਼ਾਹ ਤੱਕ ਰਸਾਈ ਕੀਤੀ ਤੇ ਅਰਜ਼ੀ ਦਿੱਤੀ ਕਿ ਉਸ ਨੂੰ ਪੰਜਾਬ ਦੀ ਸੂਬੇਦਾਰੀ ਦੇ ਦਿੱਤੀ ਜਾਵੇ ਤਾਂ ਉਹ ਸਿੱਖਾਂ ਨੂੰ ਕੁਚਲ ਕੇ ਬਿਲਕੁਲ ਅਮਨ ਕਾਇਮ ਕਰ ਦੇਵੇਗਾ। ਬਾਦਸ਼ਾਹ ਤਾਂ ਅਬਦੁਸ ਸਮਾਦ ਖਾਨ ਤੋਂ ਪਹਿਲਾਂ ਹੀ ਚੜਿਆ ਹੋਇਆ ਸੀ। ਵਜ਼ੀਰ ਦੀ ਸਿਫਾਰਿਸ਼ ਨੇ ਹੋਰ ਵੀ ਅਸਰ ਕੀਤਾ ਤੇ ਜ਼ਕਰੀਆ ਖਾਨ ਦੇ ਨਾਂ 1726 ਈਸਵੀ ਨੂੰ ਲਾਹੌਰ ਦੀ ਸੂਬੇਦਾਰੀ ਸਨਦ ਜਾਰੀ ਹੋ ਗਈ। ਬਾਦਸ਼ਾਹ ਨੇ ਪੰਜਾਬ ਨੂੰ ਦੋ ਹਿੱਸਿਆਂ ਵਿੱਚ ਵੰਡ ਦਿੱਤਾ, ਇੱਕ ਸੂਬਾ ਲਾਹੌਰ ਤੇ ਦੂਸਰਾ ਮੁਲਤਾਨ। ਅਬਦੁਸ ਸਮਾਦ ਖਾਨ ਨੂੰ ਲਾਹੌਰ ਦੀ ਗਵਰਨਰੀ ਦੇ ਦਿੱਤੀ ਗਈ। ਜ਼ਕਰੀਆ ਖਾਨ ਨੂੰ ਲਾਹੌਰ ਦੀ ਗਵਰਨਰੀ ਦੇ ਨਾਲ ਬਾਦਸ਼ਾਹ ਵੱਲੋਂ ਖਾਨ ਬਹਾਦਰ ਦਾ ਖਿਤਾਬ ਵੀ ਦਿੱਤਾ ਗਿਆ। ਇਤਿਹਾਸ ਵਿੱਚ ਇਹ ਇਸੇ ਨਾਂ ਨਾਲ ਪ੍ਰਸਿੱਧ ਹੈ। ਇਹ 1726 ਈਸਵੀ ਤੋਂ ਲੈ ਕੇ ਜੁਲਾਈ 1745 ਤੱਕ ਲਾਹੌਰ ਦਾ ਗਵਰਨਰ ਰਿਹਾ। ਅਬਦੁਸ ਸਮਾਦ ਖਾਨ ਜਦ 1737 ਈਸਵੀ ਵਿੱਚ ਮੁਲਤਾਨ ਵਿਖੇ ਮਰ ਗਿਆ ਤਾਂ ਮੁਲਤਾਨ ਦੀ ਗਵਰਨਰੀ ਵੀ ਜ਼ਕਰੀਆ ਖਾਨ ਦੇ ਨਾਂ ਕਰ ਦਿੱਤੀ ਗਈ। ਜ਼ਕਰੀਆ ਖਾਨ ਦੇ ਦੌਰ ਵਿੱਚ ਹਕੂਮਤੀ ਜਬਰ। ਜ਼ਕਰੀਆ ਖਾਨ
ਬੜੀ ਸਖਤ ਤਬੀਅਤ ਦਾ ਹਾਕਮ ਸੀ। ਜੰਮੂ ਤੇ ਕਸ਼ਮੀਰ ਦੀ ਸੂਬੇਦਾਰੀ ਵੇਲੇ ਉਸ ਨੇ ਐਸਾ ਪ੍ਰਬੰਧ ਕੀਤਾ ਸੀ ਕਿ ਕਿਸੇ ਨੂੰ ਸਿਰ ਨਾ ਚੁੱਕਣ ਦਿੱਤਾ। ਉਹ ਸਫਲ ਅਨੁਸ਼ਾਸਨੀ ਅਫਸਰ ਮੰਨਿਆ ਜਾਂਦਾ ਸੀ। ਇਹ ਆਪਣੇ ਪਿਓ ਵਾਂਗ ਆਲਸੀ ਤੇ ਔਖ ਵੇਲੇ ਜੀ ਚਰਾਉਣ ਵਾਲਾ ਸ਼ਖਸ ਨਹੀਂ ਸੀ। ਲਾਹੌਰ ਦੀ ਸੂਬੇਦਾਰੀ ਇਸ ਨੇ ਮੂੰਹੋਂ ਮੰਗ ਕੇ ਲਈ ਸੀ। ਬੰਦਾ ਸਿੰਘ ਵੇਲੇ ਸਿੱਖਾਂ ਦੇ ਹੱਥ ਵੇਖ ਚੁੱਕਿਆ ਸੀ। ਉਸ ਨੇ ਸਿੱਖਾਂ ਨੂੰ ਕਤਈ ਤੌਰ ਤੇ ਦੁਨੀਆ ਚੋਂ ਮੁਕਾ ਦੇਣ ਦੀ ਧਾਰ ਲਈ ਆਪਣੇ ਪਿਓ ਵੇਲੇ ਹੀ ਸਿੱਖਾਂ ਵਿਰੁੱਧ ਲਾਈ ਫੌਜ ਨੂੰ ਨਵੇਂ ਸਿਰਿਓਂ ਮਜ਼ਬੂਤ ਲੀਹਾਂ ਤੇ ਲਾਮਬੰਦ ਕੀਤਾ ਤੇ ਹੋਰ ਨਵੀਂ ਭਰਤੀ ਕਰਕੇ ਇਸ ਦੀ ਗਿਣਤੀ 20,000 ਕਰ ਦਿੱਤੀ। ਅੱਧੀ ਫੌਜ ਤਾਂ ਲਾਹੌਰ ਰੱਖੀ ਤੇ ਅੱਧੀ ਨੂੰ 10 ਹਿੱਸਿਆਂ ਵਿੱਚ ਵੰਡ ਕੇ ਪ੍ਰਾਂਤ ਦੇ ਵੱਖ-ਵੱਖ ਥਾਵਾਂ ਤੇ ਤਾਇਨਾਤ ਕਰ ਦਿੱਤਾ। ਇਹਨਾਂ ਨੂੰ ਤੇਜ਼ ਰਫ਼ਤਾਰ ਘੋੜੇ, ਊਠ ਅਤੇ ਊਠਾਂ ਤੇ ਬੀੜੀਆਂ ਜਾਣ ਵਾਲੀਆਂ ਛੋਟੀਆਂ ਹੌਲੀਆਂ ਤੋਪਾਂ ਨਾਲ ਲੈਸ ਕੀਤਾ। ਇਹਨਾਂ 10 ਜਥਿਆਂ ਨੂੰ ਹੁਕਮ ਸੀ ਕਿ ਜਿੱਥੇ ਕਿਤੇ ਸਿੱਖ ਨਜ਼ਰ ਆਉਣ ਤੇਜ਼ੀ ਨਾਲ ਕੂਚ ਕਰਕੇ ਉਹਨਾਂ ਉੱਤੇ ਟੁੱਟ ਪੈਣ ਤੇ ਕੈਦ ਕਰਕੇ ਲਾਹੌਰ ਪਹੁੰਚਾ ਦਿਆ ਕਰਨ। ਦਿਨ ਰਾਤ ਮੁਲਕ ਭਰ ਵਿੱਚ ਫੇਰਾ ਤੋਰਾ ਰੱਖਣ, ਸਿੱਖਾਂ ਨੂੰ ਸਿਰ ਨਾ ਚੁੱਕਣ ਦਿੱਤਾ ਜਾਵੇ। ਇਸ ਫੌਜ ਦਾ ਨਾਂ ਗਸ਼ਤੀ ਫੌਜ ਸੀ, ਭਾਵ ਤੁਰੀ ਫਿਰਨ ਵਾਲੀ ਫੌਜ ਜੋ ਹਰ ਸਮੇਂ ਹਰਕਤ ਵਿੱਚ ਰਹਿੰਦੀ ਸੀ। ਲਾਹੌਰ ਵਿੱਚ ਰੱਖੀ ਗਈ ਬਾਕੀ ਅੱਧੀ ਫੌਜ ਹਮੇਸ਼ਾ ਤਿਆਰ ਰਹਿੰਦੀ ਸੀ ਤੇ ਜਿੱਧਰ ਲੋੜ ਪੈਂਦੀ ਸਿੱਖਾਂ ਵਿਰੁੱਧ ਝੋਕ ਦਿੱਤੀ ਜਾਂਦੀ। ਖਾਨ ਬਹਾਦਰ ਨੇ ਬੜੇ ਥੋੜੇ ਜਿਹੇ ਸਮੇਂ ਵਿੱਚ ਅਮਨ ਅਮਾਨ ਤੇ ਆਪਣਾ ਰੋਹਬ-ਦਾਬ ਕਾਇਮ ਕਰ ਲਿਆ। ਸਿੱਖਾਂ ਤੇ ਇੰਨੀ ਸਖਤੀ ਕੀਤੀ ਗਈ ਕਿ ਸਭ ਘਰ ਘਾਟ ਛੱਡ ਕੇ ਜੰਗਲਾਂ ਤੇ ਪਹਾੜਾਂ ਦੀਆਂ ਖੱਡਾਂ ਵਿੱਚ ਜਾ ਲੁਕੇ। ਸਿੱਖਾਂ ਉੱਤੇ ਇਹ ਬੜਾ ਔਖ ਦਾ ਸਮਾਂ ਸੀ, ਪਰ ਇਸ ਸਖਤੀ ਨੇ ਉਹਨਾਂ ਨੂੰ ਕਮਜ਼ੋਰ ਕਰਨ ਦੀ ਥਾਂ ਮਜ਼ਬੂਤ ਕੀਤਾ। ਉਹ ਸਮਝਦੇ ਸਨ ਕਿ ਢੇਰੀ ਢਾਹ ਕੇ ਬੈਠਿਆਂ ਦੁਸ਼ਮਣ ਸਰਕਾਰ ਛੱਡੇਗੀ ਨਹੀਂ, ਮੈਦਾਨ ਵਿੱਚ ਨਿਕਲ ਕੇ ਜੂਝਣਾ ਪਵੇਗਾ। ਜਿਸ ਨੇ ਵੀ ਕੁਝ ਪਾਇਆ ਹੱਥ ਹਿਲਾ ਕੇ ਪਾਇਆ। ਭੌਂ ਭਾਂਡਾ ਤਾਂ ਉਹਨਾਂ ਪਾਸ ਹੈ ਕੋਈ ਨਹੀਂ ਸੀ। ਹਾਂ, ਦ੍ਰਿੜਤਾ, ਹੱਠ, ਅਕਾਲ ਪੁਰਖ ਤੋਂ ਬਾਅਦ ਸਵੈ ਭਰੋਸਾ, ਉਦਮ, ਬਾਹੂਬਲ, ਭੁੱਖ ਤੇ ਜਰਨ ਤੇ ਸਬਰ ਸੰਤੋਖ ਦੀ ਅਮੁੱਕ ਦੌਲਤ ਨਾਲ ਮਾਲਾ ਮਾਲ ਸਨ। ਜਿਸ ਮਾਂ ਦੇ ਜਣੇ ਮੁਗਲ ਬੱਚੇ ਸਿੰਘਾਂ ਨੂੰ ਮਾਰ ਮਕਾਉਣ ਦੇ ਦਮਜ਼ਕੇ ਪਏ ਮਾਰਦੇ ਸਨ, ਉਹਨਾਂ ਨੂੰ ਸੁਣ ਕੇ ਭੈ ਭੀਤ ਹੋਣ ਦੀ ਥਾਂ ਉਸ ਤੋਂ ਉੱਚੀ ਤੇ ਕੜਕਵੀਂ ਆਵਾਜ਼ ਵਿੱਚ ਵੰਗਾਰਵਾਂ ਨਾਅਰਾ ਮਾਰਿਆ। ਸਿੱਖਾਂ ਦੇ ਬਾਲ ਬੱਚੇ ਨੂੰ ਗੁਲਾਮ ਲੌਂਡੀਆਂ ਬਣਾ ਲੈਣ ਦੇ ਦੁੱਕੇ ਬੀੜੀ ਫਿਰਦੇ ਸਨ। ਜਵਾਬ ਵਿੱਚ ਸਿੰਘ ਦੀ ਲਲਕਾਰ ਇਸ ਪ੍ਰਕਾਰ ਸੀ, ਸੁਣ ਲੈ ਸੁਣ ਲੈ, ਆਪ ਤੂੰ ਮੁਗਲਾਂ ਦੀ ਮਾਈ, ਆਣ ਢੁੱਕੇ ਨੇ ਬੁੱਕ ਦੇ ਤੇਰੇ ਸਿੰਘ ਜਵਾਈ। ਸੁਣ ਲੈ ਤੂੰ ਹੀ ਮੁਗਲਾਂ ਦੀਏ ਭੈਣੇ, ਖੋ ਖਜ਼ਾਨੇ ਖੜਾਂਗੇ ਨਾਲੇ ਤੇਰੇ ਗਹਿਣੇ। ਮੁਗਲਾਂ ਨੇ ਅਤਿਆਚਾਰ ਕਰਨ ਵਿੱਚ ਹੱਦ ਮੁਕਾ ਦਿੱਤੀ। ਸਿੰਘਾਂ ਮੁਗਲਾਂ ਦੀ ਟੈਂ ਨੂੰ ਛਿੱਤਰ ਦੀ ਨੋਕ ਤੇ ਵੀ ਨਾ ਲਿਆ। ਮੁਗਲੀਆ ਸਰਕਾਰ ਦੇ ਜ਼ਬਰ ਜ਼ੁਲਮ ਦੀਆਂ ਕਾਂਕਾਂ ਚੜ੍ਹ ਆਈਆਂ। ਸਿੰਘਾਂ ਦੀ ਪਿਆਰੀ ਜਨਮ ਭੂਮੀ ਮਾਝਾ, ਪੰਜਾਬ ਦਾ ਜ਼ਿਗਰ, ਹਠੀਲੇ ਬਹਾਦਰਾਂ ਤੇ ਸਿਰਲੱਥ ਸ਼ਾਹ ਸਵਾਰਾਂ ਦੀ ਪਾਕ ਧਰਤੀ ਤਬਾਹ ਬਰਬਾਦ ਕਰ ਦਿੱਤੀ ਗਈ। ਪਰ ਸਿੰਘਾਂ ਦਾ ਸਾਹਸ ਤੇ ਦ੍ਰਿੜਤਾ ਚਟਾਨ ਵਾਂਗ ਅਹਿਲ ਖੜੇ ਸਨ। ਫਿਰਤਾ ਹੈ ਸੈਲੇ ਹਵਾਦਿਸ ਸੇ ਕੋਈ ਮਰਦੋं का मुंह, शेर सीधा तैरता है वक्ते रफ्तान आब में। अर्थात संसार ਦੀਆਂ ਭਿਆਨਕ ਮੁਸੀਬਤਾਂ ਤੇ ਦੁਰਘਟਨਾਵਾਂ ਸੂਰਮਿਆਂ ਦਾ ਮੂੰਹ ਨਹੀਂ ਪੁਆ ਸਕਦੀਆਂ। ਦਰਿਆ ਦੀ ਤੇਜ਼ ਧਾਰ ਨੂੰ ਪਾਰ ਕਰਨ ਸਮੇਂ ਸ਼ੇਰ ਸਿੱਧਾ ਨੱਕ ਦੀ ਸੇਧ ਦੂਜੇ ਕੰਢੇ ਲੱਗਦਾ ਹੈ। ਤੇਜ਼ ਵਹਿਣ ਉਸ ਨੂੰ ਆਪਣੇ ਨਾਲ ਨਹੀਂ ਵਹਾ ਸਕਦਾ। ਸਿੰਘਾਂ ਨੇ ਕੋਈ ਐਸਾ ਸ਼ਬਦ ਜ਼ੁਬਾਨ ਤੇ ਨਹੀਂ ਆਉਣ ਦਿੱਤਾ ਜੋ ਕਿਸੇ ਵੀ ਕਿਸਮ ਦੀ ਮਾਨਸਿਕ ਕਮਜ਼ੋਰੀ ਦਾ ਲਖਾਇਕ ਹੋਵੇ। ਹਰ ਬੋਲ ਚੜ੍ਹਦੀ ਕਲਾ ਵਾਲਾ ਤੇ ਆਪਣੀ ਜਿੱਤ ਦਾ ਸੂਚਕ। ਅਤੀ ਮੁਸੀਬਤ ਦੀਆਂ ਘੜੀਆਂ ਵਿੱਚ ਵੀ ਖੁਸ਼ ਸਦੀਵੀ ਖੁਸ਼ੀ ਉਹਨਾਂ ਦੇ ਜੀਵਨ ਦਾ ਓੜਨਾ ਵਿਛੋਣਾ ਬਣ ਗਿਆ। ਭੁੱਖ ਨਾਲ ਨਿਢਾਲ ਸਿੰਘ ਪੁੱਛਣ ਤੇ ਕਹਿੰਦਾ, 4 ਦਿਨਾਂ ਤੋਂ ਕੜਾਕੇ ਦਾ ਪਹਿਰਾ ਹੈ, ਵਾਹਿਗੁਰੂ ਦੀ ਕਿਰਪਾ ਨਾਲ ਚੜ੍ਹਦੀ ਕਲਾ ਹੈ, ਮੌਤ ਦਾ ਵੀ ਸੋਗ ਨਹੀਂ ਮੰਨਿਆ। ਸਿੰਘ ਚੜ੍ਹਾਈ ਭਾਵ ਹਮਲਾ ਕਰ ਗਿਆ, ਅਕਾਲ ਚਲਾਣਾ ਕਰ ਗਿਆ, ਫਤਿਹ ਗਜਾ ਗਿਆ, ਗੁਰੂ ਚਰਨਾਂ ਵੱਲ ਵਹੀਰ ਘੱਤ ਗਿਆ। ਭੰਗ ਸੁੱਖਾ ਪੰਜਾਬ ਵਿੱਚ ਬੜੀ ਮਿਕਦਾਰ ਵਿੱਚ ਉਗਦਾ ਹੈ। ਆਦਿ ਕਾਲ ਤੋਂ ਇਸ ਨੂੰ ਭੁੱਲੜ ਲੋਕ ਖਾਂਦੇ ਜਾਂ ਪੀਂਦੇ ਆ ਰਹੇ ਹਨ। ਹਿੰਦੂ ਮੁਸਲਮਾਨ ਦੁਨੀਆ ਤੋਂ ਅਟੰਕ ਰਹਿਣ ਵਾਲੇ ਪੀਰ ਫਕੀਰ ਤੇ ਸਾਧੂ ਸੰਤ ਅਖਵਾਉਂਦੇ ਲੋਕ ਬਿਨਾਂ ਸੰਕੋਚ ਇਸ ਨੂੰ ਵਰਤਦੇ ਆ ਰਹੇ ਹਨ।
ਸਿੱਖਾਂ ਲਈ ਸਭ ਨਸ਼ੇ ਵਿਵਰਜਿਤ ਹਨ। ਤੰਬਾਕੂ ਨੂੰ ਜਗਤ ਝੂਠ ਗਰਦਾਨਿਆ ਗਿਆ ਹੈ ਤੇ ਇਸ ਦਾ ਨਾਮ ਲੈਣਾ ਵੀ ਪਾਪ ਸਮਝਿਆ ਜਾਂਦਾ ਹੈ। ਪਤਾ ਨਹੀਂ ਇਸ ਮਾੜੀ ਘੜੀ ਕੁਝ ਸਿੱਖਾਂ ਨੂੰ ਭੰਗ ਛਕਣ ਦੀ ਲਿਲਕ ਲੱਗ ਗਈ। ਦਲਾਂ ਦੇ ਕਈ ਸਿੰਘ ਵੀ ਲਹਿਰਾ ਲੈਣ ਲੱਗ ਪਏ। ਸੁੱਖਾ ਰਗੜ ਕੇ ਪੁੰਨ ਤੋਂ ਪਿੱਛੋਂ ਜੋ ਨੁਗਦਾ ਰਹਿ ਜਾਂਦਾ ਹੈ, ਉਸ ਦਾ ਗੋਲਾ ਵੱਟ ਕੇ ਕੰਧ ਜਾਂ ਰੁੱਖ ਨੂੰ ਮਾਰਨ ਲੱਗੇ ਕਹਿੰਦੇ, ਚੜਿਆ ਗੁਰੂ ਗੋਬਿੰਦ ਸਿੰਘ ਲੈ ਧਰਮ ਨਗਾਰਾ, ਉਸ ਮਾਰਿਆ ਨਰੰਗਾ ਤੁਰਕੜਾ, ਜਿਨ ਖਿੱਚਿਆ ਹੰਕਾਰਾ। ਸਿਰ ਨੀਵਾ ਕਰ ਉਹ ਤੁਰਕ। ਇਹ ਮਾਰਿਆ ਹੋਇਆ ਗੋਲਾ ਮੁਗਲ ਸ਼ਕਤੀ ਦੇ ਕਲੇਜੇ ਤੇ ਵੱਜਾ ਮੰਨਿਆ ਜਾਂਦਾ ਹੈ। ਮੁਗਲ ਤਾਕਤ ਨੂੰ ਉਹ ਤੁੱਛ ਸਮਝਦੇ ਸਨ। ਆਪਣੇ ਵੱਲੋਂ ਉਹ ਵੈਰੀ ਤੇ ਰੋਜ਼ ਹੀ ਘੋਰ ਗੋਲਾਬਾਰੀ ਕਰਦੇ ਸਨ ਤੇ ਕਰਦੇ ਹਨ। ਖਾਨ ਬਹਾਦਰ ਨੇ ਸਿੱਖਾਂ ਉੱਤੇ ਸਿਖਰ ਦੀ ਸਖਤੀ ਆਰੰਭ ਦਿੱਤੀ। ਸਿੱਖਾਂ ਨੂੰ ਮਾਰ ਮੁਕਾਉਣ ਲਈ ਵੱਡੇ ਵੱਡੇ ਇਨਾਮ ਐਲਾਨੇ ਗਏ। ਜਿੱਥੇ ਕੇਸਾਧਾਰੀ ਸਿੱਖਾਂ ਨੂੰ ਵੇਖੇ ਥਾਂ ਤੇ ਮਾਰ ਦਿਓ ਜਾਂ ਫੜ ਕੇ ਲਾਹੌਰ ਪਹੁੰਚਾਓ। ਇਹ ਸਰਕਾਰੀ ਅਧਿਕਾਰੀਆਂ, ਕਰਮਚਾਰੀਆਂ ਤੇ ਆਮ ਲੋਕਾਂ ਨੂੰ ਤਾਕੀਦੀ ਹੁਕਮ ਸੀ। ਨੰਬਰਦਾਰਾਂ ਤੇ ਚੌਧਰੀਆਂ ਪਾਸੋਂ ਲਿਖਤਾਂ ਲਈਆਂ ਗਈਆਂ ਕਿ ਉਹ ਆਪਣੇ ਪਿੰਡਾਂ ਵਿੱਚ ਕਿਸੇ ਸਿੱਖ ਨੂੰ ਨਹੀਂ ਰਹਿਣ ਦੇਣਗੇ। ਉਹਨਾਂ ਨਾਲ ਹਮਦਰਦੀ ਕਰਨ ਵਾਲੇ ਦਾ ਵੀ ਉਹੋ ਜਿਹਾ ਹੀ ਮਾੜਾ ਹਸ਼ਰ ਹੋਵੇਗਾ ਜਿਹੋ ਜਿਹਾ ਸਿੱਖਾਂ ਦਾ। ਮੁਖਬਰਾਂ ਨੂੰ ਖਾਸ ਤੌਰ ਤੇ ਹੱਲਾਸ਼ੇਰੀ ਤੇ ਇਨਾਮ ਦਿੱਤੇ ਜਾਂਦੇ ਤੇ ਉਹ ਹਰ ਸਮੇਂ ਸਿੰਘਾਂ ਦਾ ਸ਼ਿਕਾਰ ਖੇਡਣ ਲਈ ਕੁੱਤਿਆਂ ਵਾਂਗ ਆਲਾ ਦੁਆਲਾ ਸੁੰਘਦੇ ਫਿਰਦੇ। ਜਦ ਕੋਈ ਸਿੰਘ ਭੇਸ ਵਿੱਚ ਪਿੰਡ ਦੀ ਜੂਹ ਅੰਦਰ ਕਿਸੇ ਝਿੜੀ ਜਾਂ ਬਾਗ ਵਿੱਚ ਦਿਸ ਪੈਂਦਾ ਤਾਂ ਸਾਰੇ ਪਿੰਡ ਵਿੱਚ ਰੌਲਾ ਪੈ ਜਾਂਦਾ। ਸਿੰਘ ਫਿਰਦਾ ਜੇ, ਨਿਕਲੋ ਭੱਜੋ, ਤਕੜੇ ਹੋ ਕੇ ਘੇਰੋ, ਫੜ ਲਵੋ ਜਾਵੇ ਨਾ। ਸਭ ਛੋਟੇ ਵੱਡੇ ਡਾਂਗ, ਸੋਟਾ, ਤਲਵਾਰ ਤੇ ਨੇਜ਼ਾ ਲੈ ਕੇ ਉਸ ਪਾਸੇ ਦੌੜ ਪੈਂਦੇ। ਸਿੰਘਾਂ ਟੱਬਰ ਟੋਰ ਲੈ ਕੇ ਉਹਨਾਂ ਥਾਵਾਂ ਤੇ ਟਿਕਾਣੇ ਮੱਲੇ ਜਿੱਥੇ ਗਸ਼ਤੀ ਫੌਜ ਪੋਲੇ ਪੈਰੀ ਪਹੁੰਚ ਨਹੀਂ ਸੀ ਸਕਦੀ, ਤੇ ਜੇ ਕੋਈ ਹੱਠ ਕਰਕੇ ਅੱਪੜ ਵੀ ਜਾਵੇ ਤਾਂ ਉਹ ਉਹਨਾਂ ਦੀ ਮਾਰ ਤੋਂ ਸੁੱਕਾ ਬਚ ਕੇ ਨਾ ਪਰਤਦਾ। ਪਹਾੜਾਂ ਦੀਆਂ ਡੂੰਘੀਆਂ ਖੱਡਾਂ, ਗਾਰਾਂ ਤੇ ਡਰਾਉਣੀਆਂ ਕੰਦਰਾਂ ਜੋ ਪਾੜਖਾਨੇ ਜੀਵਾਂ ਤੇ ਜ਼ਹਿਰੀਲੇ ਜਾਨਵਰਾਂ ਨਾਲ ਭਰਪੂਰ ਸਨ, ਉਹਨਾਂ ਦੇ ਵਿਸ਼ਰਾਮ ਸਥਾਨ ਹੁੰਦੇ ਸਨ। ਸ਼ੇਰਾਂ ਚੀਤਿਆਂ ਨੂੰ ਕੀ ਡਰ? ਮੁਗਲ ਫੌਜਾਂ ਰਾਤ ਨੂੰ ਤਾਂ ਕੀ ਦਿਨੇ ਵੀ ਇੱਧਰ ਮੂੰਹ ਨਾ ਕਰਦੀਆਂ। ਸਿੰਘਾਂ ਅੰਦਰ ਬੱਬਰ ਸ਼ੇਰਾਂ ਵਰਗੀ ਗੰਭੀਰਤਾ ਤੇ ਦਲੇਰੀ, ਸ਼ੇਰਾਂ ਵਰਗੀ ਨਿਰਭੈਤਾ ਠਾਠਾਂ ਮਾਰਦੀ ਸੀ। ਉਹਨਾਂ ਦੇ ਚਟਾਨਾਂ ਵਰਗੇ ਮਜ਼ਬੂਤ ਹੌਸਲੇ ਸਨ। ਡਾਢੇ ਦੁੱਖਾਂ, ਤਕਲੀਫਾਂ, ਮੁਸੀਬਤਾਂ, ਸਿਰੇ ਦੀ ਥੁੜ, ਸਰੀਰਕ ਕਸ਼ਟਾਂ, ਤਾਪ ਸਰਾਪ ਆਦਿ ਦਾ ਉਹਨਾਂ ਤੇ ਮੂਲੋਂ ਕੋਈ ਅਸਰ ਨਹੀਂ ਸੀ। ਕੁਤਬੀ ਤਾਰੇ ਵਾਂਗ ਅਹਿਲ ਉਹ ਆਪਣੇ ਇਰਾਦੇ ਤੇ ਪਹਿਰਾ ਦੇਣ ਵਾਲੇ, ਹਰ ਹਾਲਤ ਵਿੱਚ ਅਡੋਲ ਤੇ ਆਪਣੀ ਅਣਖ ਆਬਰੂ ਲਈ ਮਰ ਮਿਟਣ ਵਾਲੇ। ਦੁਸ਼ਮਣ ਲਈ ਸ਼ੇਰ ਚੀਤੇ ਤੇ ਫਨੀਅਰ ਸੱਪ, ਪਰ ਆਪਣੇ ਹਮਦਰਦਾਂ ਤੇ ਸੱਜਣਾ ਲਈ ਅਤ ਨਰਮ, ਸ਼ੀਤਲ ਤੇ ਠੰਡੇ ਸੁਭਾਅ ਵਾਲੇ। ਉਹਨਾਂ ਦੇ ਡੁੱਲੇ ਪਸੀਨੇ ਖਾਤਰ ਆਪਣਾ ਖੂਨ ਵਹਾ ਦੇਣਾ ਉਹਨਾਂ ਦੀ ਜ਼ਿੰਦਗੀ ਦਾ ਕਮਾਲ ਸੀ। ਉਹ ਛਾਤੀ ਤਾਣ ਕੇ ਸਿਰ ਉੱਚਾ ਕਰਕੇ ਵਿਚਰਦੇ ਰਹੇ। ਕਿਸੇ ਮੜੇ ਮੁਗਲ ਮੂਹਰੇ ਅੱਖ ਨੀਵੀਂ ਨਹੀਂ ਕੀਤੀ। ਹਕੂਮਤ ਦੇ ਮੁਕਾਬਲੇ ਤੇ ਉਹਨਾਂ ਕਦੀ ਆਪਣੇ ਆਪ ਨੂੰ ਹਕੀਰ ਜਾਂ ਕੰਗਾਲ ਨਹੀਂ ਸਮਝਿਆ। ਉਹਨਾਂ ਨੂੰ ਪੂਰਨ ਭਰੋਸਾ ਸੀ ਵਾਹਿਗੁਰੂ ਅਤੇ ਫਿਰ ਆਪਣੇ ਬਾਹੂਬਲ ਉੱਤੇ ਕਿ ਇੱਕ ਦਿਨ ਉਹਨਾਂ ਇਸ ਜਾਬਰ ਤੇ ਜ਼ਾਲਮ ਸਰਕਾਰ ਨੂੰ ਡੂੰਘੀ ਪਾਣੀ ਗਰਕ ਕਰ ਦੇਣਾ। ਜੇ ਸ਼ਹਿਰਾਂ ਨਗਰਾਂ ਉੱਤੇ ਮੁਗਲ ਰਾਜ ਦਾ ਝੰਡਾ ਝੂਲਦਾ ਸੀ ਤਾਂ ਜੰਗਲਾਂ ਬੇਲਿਆਂ ਜੂਹਾਂ ਵਿੱਚ ਉਹਨਾਂ ਦਾ ਬੋਲਬਾਲਾ ਸੀ। ਦਿਨੇ ਰਾਜ ਮੁਗਲ ਸਰਕਾਰ ਦਾ ਅਤੇ ਰਾਤ ਸਮੇਂ ਬਾਦਸ਼ਾਹੀ ਖਾਲਸੇ ਦੀ ਹੁੰਦੀ। ਗਸ਼ਤੀ ਫੌਜ ਦਿਨ ਰਾਤ ਸਿੱਖਾਂ ਦੀ ਭਾਲ ਵਿੱਚ ਤੁਰੀ ਫਿਰਦੀ। ਰੋਜ਼ ਹੀ ਝੜਪਾਂ ਹੁੰਦੀਆਂ। ਫੌਜ ਦੇ ਵੱਡੇ ਸਹਾਇਕ ਮੁਖਬਰ ਤੇ ਚੁਗਲ ਹੁੰਦੇ ਸਨ। ਸਿੰਘ ਇਹਨਾਂ ਨੂੰ ਚੁਣ ਚੁਣ ਕੇ ਮਾਰਦੇ। ਜਿਨ੍ਹਾਂ ਨੂੰ ਘਰੋਂ ਕੱਢਿਆ ਗਿਆ ਹੋਵੇ ਉਹ ਦੂਜੇ ਨੂੰ ਘਰ ਦਾ ਸੁੱਖ ਆਨੰਦ ਕਿਉਂ ਮਾਣਨ ਦੇਣ। ਜ਼ਕਰੀਆ ਖਾਨ ਦਿੱਲੀ ਦਰਬਾਰ ਨੂੰ ਸਾਬਤ ਕਰਨਾ ਚਾਹੁੰਦਾ ਸੀ ਕਿ ਉਹ ਬੜਾ ਮਜ਼ਬੂਤ ਹਾਕਮ ਹੈ ਤੇ ਸਿੱਖਾਂ ਨੂੰ ਸਿੱਧਿਆਂ ਕਰਨਾ ਉਹ ਖੂਬ ਜਾਣਦਾ ਸੀ। ਇਸ ਲਈ ਮੁੱਢਲੇ ਸਾਲਾਂ ਵਿੱਚ ਉਸਨੇ ਬੜੀ ਸਖਤੀ ਕੀਤੀ ਅਤੇ ਕਿਸੇ ਸਿੱਖ ਸਾਧੂ ਸੰਤ ਨੂੰ ਵੀ ਚੈਨ ਨਾ ਲੈਣ ਦਿੱਤਾ। ਜਦ ਜ਼ਕਰੀਆ ਖਾਨ ਸਾਰੀ ਵਾਹ ਲਾ ਥੱਕਾ ਤੇ ਸਿੱਖ ਮੁੱਕਣ ਦੀ ਥਾਂ ਵਧਦੇ ਗਏ ਤਾਂ ਉਸਨੇ ਨੀਤੀ ਇਹ ਅਪਣਾਈ
ਕਿ ਜੇ ਸਿੱਖ ਆਰਾਮ ਨਾਲ ਵਾਹੀ ਬੀਜੀ ਕਰੇ ਤਾਂ ਉਸ ਨੂੰ ਨਾ ਛੇੜਿਆ ਜਾਵੇ। ਰਾਠ ਸਿੰਘ ਜੋ ਘਰਾਂ ਨੂੰ ਤਿਆਗ ਕੇ ਸਰਕਾਰ ਦੇ ਟਾਕਰੇ ਲਈ ਜੰਗਲਾਂ ਤੇ ਪਹਾੜਾਂ ਵਿੱਚ ਟਿਕਾਣੇ ਮੱਲੀ ਬੈਠੇ ਸਨ, ਉਹ ਤਾਂ ਹੁਣ ਖੇਤੀਬਾੜੀ ਕਰਨੋਂ ਰਹੇ। ਹਾਂ, ਜੋ ਗੁਰਮੁਖ ਸਾਧੂ ਬਿਰਤੀ ਵਾਲੇ ਸਿੰਘ ਸਨ, ਉਹ ਟਾਵੇਂ ਖੇਤੀ ਦੇ ਵਿਹਾਰ ਵਿੱਚ ਲੱਗ ਗਏ। ਉਹ ਆਪਣੇ ਜੁਝਾਰੂ ਭਰਾਵਾਂ ਦੇ ਪੂਰੇ ਹਤੈਸ਼ੀ ਸਨ, ਸੋ ਉਹਨਾਂ ਦੀ ਸੇਵਾ ਲਈ ਜੋ ਬਣ ਪੈਂਦਾ ਕਰਦੇ। ਸਿੰਘਾਂ ਲਈ ਇਹ ਬੜਾ ਆਸਰਾ ਸਨ। ਚੁਗਲਾਂ ਚੌਧਰੀਆਂ ਨੂੰ ਵੀ ਸੋਝੀ ਪੈ ਗਈ ਸੀ ਕਿ ਜੇ ਕਿਤੇ ਇਹਨਾਂ ਨੂੰ ਸਤਾਇਆ ਤਾਂ ਸਿੰਘ ਉਹਨਾਂ ਦੇ ਟੱਬਰ ਕਬੀਲੇ ਮਾਰ ਮੁਕਾਉਣਗੇ। ਕੁਝ ਸਮੇਂ ਤੱਕ ਇਹ ਕੰਮ ਅਮਨ ਚੈਨ ਨਾਲ ਚੱਲਦਾ ਰਿਹਾ। ਭੂਰਿਆਂ ਵਾਲੇ ਰਾਜੇ ਕੀਤੇ। ਲੇਖਕ ਪ੍ਰਿੰਸੀਪਲ ਸਵਰਨ ਸਿੰਘ ਚੂਸਲੇਵੜ, ਆਵਾਜ਼ ਭਾਈ ਗੁਰਜੰਟ ਸਿੰਘ ਰੂਪੋਵਾਲੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।